ਵੀ ਸੰਤਾਂ ਦੀ ਤਸਵੀਰ ਲੱਗੀ ਹੋਈ ਸੀ, ਇਸ ਕਰਕੇ ਉਹਨਾਂ ਨੇ ਰੋਕਿਆ ਤੇ ਇਸ ਕਰਕੇ ਕੁੱਟਿਆ ਤੁਹਾਨੂੰ। ਮੇਨ ਕਾਰਨ ਜੀ ਆਹੀ ਆ, ਸੰਤਾਂ ਦੀ ਫੋਟੋ ਲੱਗੀ ਪਰਨੇ ਬੰਨੇ ਜੀ, ਪਰਨਿਆਂ ਤੋਂ ਵੈਸੇ ਬੜੇ ਛਿੜਦੇ ਨੇ ਜੀ ਉਹ। ਇਹ ਕਹਿਣ ਲੱਗੇ ਕੋਈ ਨਹੀਂ ਤੇਰਾ ਬਣਾਉਂਦੇ ਆਪਾਂ ਬਾਬਾ। ਉਹਨਾਂ ਨੂੰ ਤੇ ਮੇਰੇ ਤੋਂ ਜ਼ਿਆਦਾ ਕੁੱਟਿਆ ਜੀ, ਉਹਨੂੰ ਕੁੱਟ ਕੇ ਕਿਹਾ ਕਿ ਤੇ ਬੂਟ ਲਾ ਇਹਦੇ ਪੈਰ ਤੋੜਨੇ ਆ ਜੀ। ਉਹਨਾਂ ਨੇ ਮੇਰੇ ਕਿੰਨੀ ਏਜ ਹੈ ਉਹਨਾਂ ਦੀ? ਉਹਨਾਂ ਦੀ ਏਜ ਜੀ 13 ਸਾਲ ਆ ਜੀ, ਮੇਰੀ 18 ਸਾਲ ਆ। ਉਹਨੂੰ ਮੁੱਕੇ ਮਾਰਦੇ ਲੱਤਾਂ ਦੇ, ਹਰ ਥਾਂ 'ਚ ਉਹਨਾਂ ਨੇ ਮੁੱਕੇ ਮਾਰੇ ਜੀ, ਲੱਤਾਂ ਮਾਰੀਆਂ ਮੂੰਹ ਤੇ ਵੀ। ਉੱਥੇ ਸਾਨੂੰ ਚੁੱਕ ਕੇ ਲੈ ਗਏ, ਪੈਣ ਦਿੱਤਾ, ਪਾਣੀ ਨਹੀਂ ਦਿੱਤਾ, ਦੁਬਾਰਾ ਕੁੱਟਿਆ ਜੀ, ਥੱਪੜ ਮਾਰੇ, ਸਾਨੂੰ ਫੋਨ ਨਹੀਂ ਕਰਨ ਦਿੱਤਾ ਜੀ। ਅਸੀਂ ਬੜਾ ਕੁਛ ਕਿਹਾ। ਉਸ ਤੋਂ ਬਾਅਦ ਜਦੋਂ ਘਰ ਦੇ ਆਏ, ਘੱਟੋ ਘੱਟ 4-5 ਘੰਟੇ ਬਾਅਦ ਉਹਨਾਂ ਨੇ ਸਾਨੂੰ ਬਿਠਾਇਆ ਖਲੋਤਿਆਂ ਨੂੰ। ਸਾਡੇ ਪੈਰ ਟੁੱਟੇ ਹੋਏ ਸੀ, ਹੱਥ ਟੁੱਟੇ ਹੋਏ ਸੀ, ਚੱਕਰ ਆਉਂਦੇ ਸੀ ਜੀ। ਉਹਨਾਂ ਨੇ ਕਿਹਾ ਕਿ ਮੈਡੀਕਲ ਕਰਾ ਕੇ ਤੈਨੂੰ ਛੱਡ ਦਾਂਗੇ। ਫਿਰ ਉਹਨੇ ਕਿਹਾ ਕਿ ਜਦੋਂ ਬਾਹਰ ਨਿਕਲਣਾ ਹੈ ਉਦੋਂ ਸਿੱਧਾ ਹੋ ਕੇ ਤੁਰੀ, ਜੇ ਕਿਤੇ ਮੁੜਿਆ ਤੁਰਿਆ ਤੂੰ ਮਤਲਬ ਵਿਖਾਇਆ ਘਰਦਿਆਂ ਨੂੰ ਕਿ ਮੈਨੂੰ ਸੱਟ ਵੱਜੀ ਹੈ, ਦੁਬਾਰਾ ਜੇਲ੍ਹ ਸੁੱਟ ਦਾਂਗੇ, 5 ਸਾਲ ਤੈਨੂੰ ਨਿਕਲਣ ਨਹੀਂ ਦੇਣਗੇ। ਬਾਹਰ ਨਿਕਲ ਗਿਆ ਤੈਨੂੰ ਗੋਲੀ ਮਾਰ ਦਾਂਗੇ, ਬੜਾ ਕੁਛ ਕਿਹਾ ਜੀ ਉਹਨਾਂ ਨੇ। ਕੁਛ ਨਹੀਂ ਛੱਡਿਆ। ਮੁੰਡੇ ਨੂੰ ਵੋਟ ਰਾਇਆ, ਮੁੰਡਾ 1 ਮਿੰਟ ਨਹੀਂ ਚੁੱਪ ਹੋਇਆ ਜੀ ਰੋਣ ਤੋਂ। ਉਹ ਛੋਟਾ ਸੀ, ਬਹੁਤ ਰੋਇਆ ਜੀ। ਉਹ ਬੱਚਿਆਂ ਦਾ ਭਵਿੱਖ ਖਰਾਬ ਕਰਨ ਦੀ ਕੁਝ ਹੈ ਧਮਕੀਆਂ ਦਿੰਦੇ ਨੇ। ਬੱਚੇ ਡਰਦੇ, ਪਤਾ ਨਹੀਂ ਕਿੰਨੇ ਪਰਿਵਾਰ ਜਿਹੜੇ ਇਸ ਤਰ੍ਹਾਂ ਦੀ ਕੰਪਲੇਂਟ ਦਰਜ ਕਰਾਉਂਦੇ ਹੀ ਨਹੀਂ ਕਿ ਅਸੀਂ ਐਸੇ ਜਿਹੇ ਪਿੰਡ ਦੇ ਹੈਗੇ ਆ ਜਿੱਥੇ ਪਹਿਲਾਂ ਬੰਦਾ ਮਾਰਦੇ ਸੀ। ਸਾਰੇ ਗੈਂਗਸਟਰ ਸ਼ਾਇਦ ਭਰਤੀ ਕੀਤੇ ਹੋਏ ਇਹਨਾਂ ਨੇ, ਪੁਲਿਸ ਵਾਲਿਆਂ ਨੇ, ਤੇ ਐਸੇ ਗੈਂਗਸਟਰ ਨਾਲ ਥਾਣੇ ਭਰੇ ਹੋਏ ਨੇ। ਤੁਸੀਂ ਐਸਐਸਪੀ ਨੂੰ ਮਿਲੇ ਜਾਂ ਹੋਮ ਮਿਨਿਸਟਰ ਹਰਿਆਣਾ ਨੂੰ ਮਿਲੇ, ਉਹਨਾਂ ਦਾ ਕੀ ਰਿਐਕਸ਼ਨ ਸੀ? ਕਿਸੇ ਨੇ ਐਡਮਿਟ ਵੀ ਨਹੀਂ ਕੀਤਾ। ਇਹੀ ਗੱਲ ਕਹਿੰਦੇ, ਐਡਮਿਟ ਕਿਉਂ ਨਹੀਂ ਕੀਤਾ? ਐਡਮਿਟ ਇਹ ਨਹੀਂ ਕੀਤਾ ਕਿ ਪਹਿਲਾਂ FIR ਲਿਆ ਕੇ ਦਿਓ, ਪੁਲਿਸ ਵਾਲਿਆਂ ਨੂੰ ਬੁਲਾਓ। ਤੇ ਜਦੋਂ ਆਪਾਂ ਗਾਬਾ ਹਸਪੀਟਲ ਗਏ ਜੀ, ਉੱਥੇ ਵੀ ਪਹਿਲਾਂ ਤੇ ਉਹਨਾਂ ਨੇ ਕਿਹਾ ਕਿ ਆਪਾਂ ਲਿਖ ਦਾਂਗੇ ਮਤਲਬ ਕਿ ਸਭ ਕੁਝ ਜੋ ਵੀ ਤੁਹਾਨੂੰ ਸੱਟਾਂ ਵੱਜੀਆਂ। ਉਸ ਤੋਂ ਬਾਅਦ ਜੀ ਜਦੋਂ ਉਹਨਾਂ ਨੂੰ ਫੋਨ ਆਇਆ ਹੋਣਾ ਪੁਲਿਸ ਵਾਲਿਆਂ ਦਾ, ਉਹ ਵੀ ਮੁੱਕਰ ਗਏ ਜੀ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਇਸ ਵੇਲੇ ਅਸੀਂ ਕੌਮੀ ਇਨਸਾਫ ਮੋਰਚਾ ਮੋਹਾਲੀ 'ਚ ਮੌਜੂਦ ਹਾਂ ਤੇ ਮੇਰੇ ਨਾਲ ਵੀਰ ਪਰਮਜੀਤ ਸਿੰਘ ਨੇ, ਜੋ ਕਿ ਯੂਪੀ ਦੇ ਰਹਿਣ ਵਾਲੇ ਨੇ। ਤੇ ਪਿਛਲੇ ਦਿਨੀ ਮੋਰਚੇ ਦੇ ਵਿੱਚ ਜਦੋਂ ਉਹਨਾਂ ਨੇ ਆਉਣਾ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਰੋਕਿਆ ਜਾਂਦਾ ਤੇ ਉਹਨਾਂ ਦੇ ਉੱਤੇ ਤਸ਼ੱਦਦ ਢਾਇਆ ਜਾਂਦਾ। ਸਾਡੇ ਨਾਲ ਨੇ ਵੀਰ, ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮੋਰਚੇ 'ਚ ਆਏ ਹੋ, ਤੁਹਾਡੀ ਹਾਲਤ ਮੈਂ ਦੇਖ ਰਿਹਾ, ਤੁਹਾਡੀ ਬਾਂਹ ਤੇ ਪਲਾਸਟਰ ਆ, ਤੁਹਾਡੀ ਲੈਗ ਦੇ ਉੱਤੇ, ਲੱਤ ਤੇ ਪਲਾਸਟਰ ਆ। ਜੋ ਪਤਾ ਲੱਗਿਆ ਕਿ ਪੁਲਿਸ ਨੇ ਤਸ਼ੱਦਦ ਕੀਤਾ, ਕਿਉਂ ਕੀਤਾ, ਕੀ ਕਾਰਨ ਸੀ, ਕਿਉਂ ਇਹ ਤਸ਼ੱਦਦ ਢਾਇਆ ਗਿਆ, ਕੀ ਮੰਨਦੇ ਹੋ? ਕਾਰਨ ਤਾਂ ਸੀ ਆਹੀ ਜੀ ਕਿ ਅਸੀਂ ਸਰਦਾਰ ਬੰਦੇ ਆ ਜੀ। ਪਿੰਡ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਲੱਗੀ ਸੀ ਜੀ, ਪਰਨੇ ਬੰਨੇ ਹੋਏ ਸੀ ਜੀ, ਬੁਲਟ ਤੇ ਲੱਗੀ ਹੋਈ ਸੀ। ਅਸੀਂ ਮਤਲਬ ਲੰਬੇ ਚੌੜੇ ਸਰਦਾਰ ਹੈਗੇ ਆ ਜੀ। ਉਹਨਾਂ ਨੂੰ ਲੱਗਾ ਕਿ ਬਸ ਇਹਨਾਂ ਨੂੰ ਫੜ ਲਓ, ਇਹਨਾਂ ਨੂੰ ਮੋਰਚੇ ਤੇ ਨਹੀਂ ਜਾਣ ਦੇਣਾ, ਇਹਨਾਂ ਨੂੰ ਕੁੱਟ ਦਿਓ। ਇਹਨਾਂ ਨੂੰ ਦੇਖ ਕੇ ਹੋਰ ਲੋਕੀ ਡਰਨਗੇ, ਹੋਰ ਸਰਦਾਰ ਡਰਨਗੇ, ਉਹ ਨਹੀਂ ਜਾਣਗੇ ਮੋਰਚੇ ਤੇ। ਬਸ ਇਸ ਗੱਲੋਂ ਕੁੱਟਿਆ ਜੀ ਉਹਨਾਂ ਨੇ। ਮੈਂ ਚਾਹੂੰਗਾ ਸਾਰਾ ਉਹ ਇਨਸੀਡੈਂਸ ਤੁਸੀਂ ਦੱਸ ਸਕਦੇ ਹੋ, ਆਖਿਰ ਕਿਵੇਂ ਵਾਪਰਿਆ, ਤੁਸੀਂ ਕਿੱਧਰ ਨੂੰ ਜਾ ਰਹੇ ਸੀ, ਕਦੋਂ ਜਾ ਰਹੇ ਸੀ, ਕਿੰਨੇ ਵਜੇ ਦਾ ਟਾਈਮ ਸੀ, ਸਾਰੀ ਘਟਨਾ ਮੈਂ ਚਾਹੂੰਗਾ ਇੱਕ ਵਾਰ ਤੁਸੀਂ ਸੰਖੇਪ ਦੇ ਵਿੱਚ ਸਾਨੂੰ ਦੱਸੋ। ਹਾਂਜੀ, ਅਸੀਂ ਜੀ ਯੂਪੀ ਦੇ ਰਹਿਣ ਵਾਲੇ ਆ। ਅਸੀਂ ਮੋਰਚੇ ਤੇ ਆਣਾ ਸੀ ਜੀ। ਉਸ ਤੋਂ ਪਹਿਲਾਂ ਆਪਾਂ ਸ਼ੋਪਿੰਗ ਵਗੈਰਾ ਵਾਸਤੇ ਗਏ ਜੀ, ਪੱਗ ਪੁੱਗ ਲੈਣ ਵਾਸਤੇ, ਜੋ ਵੀ ਸਾਰਾ ਸਮਾਨ ਹੁੰਦਾ ਜੀ ਉਹ ਲੈਣ ਵਾਸਤੇ ਚੱਲੇ ਸੀ ਜੀ। ਅਸੀਂ, ਮੈਂ ਤੇ ਮੇਰਾ ਮਾਸੀ ਦਾ ਮੁੰਡਾ ਹੈਗੇ ਸੀ। ਅਸੀਂ ਜਦੋਂ ਜਾਣ ਲੱਗੇ ਸ਼ੋਪਿੰਗ ਵੇਲੇ, ਆਪਾਂ ਨੋਰਮਲ ਸਪੀਡ ਤੇ ਜਾ ਰਹੇ ਸੀ ਜੀ ਬੁਲਟ ਤੇ। ਉਹਨਾਂ ਨੇ ਪਿੱਛੋਂ ਆਏ, ਉਹਨਾਂ ਨੇ ਦੇਖਿਆ ਕਿ ਹਾਂ ਇਹ ਸਰਦਾਰ ਬੰਦੇ ਆ। ਫੋਟੋ ਦੇਖੀ ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਦੀ, ਤੇ ਦੇਖਦੇ ਹੀ ਉਹਨਾਂ ਦੇ ਅੱਗੇ ਲੱਗੀ ਹੋਈ ਆ ਫੋਟੋ ਜਾਂ ਦੇ ਸਾਈਡ ਤੇ ਲੱਗੀ ਹੋਈ ਜੀ, ਜਿਸ ਸਾਈਡ ਬੰਦਾ ਮਤਲਬ ਉਸ ਸਾਈਡ ਲੱਗੀ ਹੋਈ ਹੈ ਜੀ। ਉਹਨਾਂ ਨੇ ਬਸ ਦੇਖਦੇ ਹੀ ਕਿ ਇਹਨਾਂ ਨੂੰ ਕੁੱਟਣਾ ਹੈ, ਉਹਨਾਂ ਨੇ ਡੰਡਾ ਕੱਢਿਆ, ਉਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ। ਜੇ ਸਾਨੂੰ ਦੇਖ ਕੇ ਜੀ, ਜੇ ਉਹਨੂੰ ਪਿਆਰ ਨਾਲ ਕਹਿੰਦੇ ਕਿ ਰੋਕ ਲਓ, ਅਸੀਂ ਰੋਕ ਲੈਣਾ। ਐਸਾ ਨਹੀਂ ਕਿ ਅਸੀਂ ਪਹਿਲਾਂ ਨਹੀਂ ਰੁਕੇ ਹੋਏ, ਆਪਾਂ ਪਹਿਲੇ ਬਹੁਤ ਵਾਰ ਰੁਕੇ ਹੋਏ ਹਾਂ। ਲੇਕਿਨ ਉਹਨਾਂ ਨੇ ਜਿਸ ਤਰੀਕੇ ਨਾਲ ਗਾਲਾਂ ਕੱਢੀਆਂ, ਧਮਕੀ ਦਿੱਤੀ, ਮਤਲਬ ਕਿ ਰੁਕੋ ਸਾਲੋ, ਮਤਲਬ ਇੱਦਾਂ ਗਾਲਾਂ ਕੱਢੀਆਂ ਜੀ। ਉਹਨਾਂ ਨੇ ਬਹੁਤ ਕੁਛ ਕਿਹਾ, ਡੰਡਾ ਕੱਢਿਆ। ਜਿਹੜਾ ਮੇਰੇ ਮਗਰ ਮੁੰਡਾ ਬੈਠਾ ਸੀ ਉਹ ਦੇਖ ਕੇ ਡਰ ਗਿਆ ਜੀ। ਉਹ ਡਰ ਕੇ ਕਹਿਣ ਲੱਗੇ ਵੀਰੇ ਭਜਾ ਲਓ, ਇਹ ਕੁੱਟਣਗੇ। ਮੈਂ ਭਜਾ ਲਈ ਜੀ। ਸਾਨੂੰ ਗਲੀ, ਜਿਹੜੀ ਗਲੀ ਸਾਨੂੰ ਲੱਭੀ ਆਪਾਂ ਉੱਚ ਮੁੜ ਗਏ, ਅੱਗੋਂ ਗਲੀ ਬੰਦ ਸੀ ਜੀ। ਉਸ ਤੋਂ ਬਾਅਦ ਆਪਾਂ ਵਾਪਸ ਮੁੜੇ, ਉਹਨਾਂ ਨੇ ਅੱਡੇ ਟੱਕਰ ਮਾਰਤੀ ਜੀ। ਟੱਕਰ ਮਾਰਤੇ ਆਪਾਂ ਥੱਲੇ ਡਿੱਗ ਗਏ ਜੀ। ਉਹ ਸਾਨੂੰ ਮੁੱਕੇ ਮਾਰਦੇ, ਲੱਤਾਂ ਦੇ, ਹਰ ਥਾਂ 'ਚ ਉਹਨਾਂ ਨੇ ਮੁੱਕੇ ਮਾਰੇ ਜੀ, ਲੱਤਾਂ ਮਾਰੀਆਂ ਮੂੰਹ ਤੇ ਵੀ। ਉੱਥੇ ਸਾਨੂੰ ਚੁੱਕ ਕੇ ਲੈ ਗਏ ਜੀ ਮੌਕੇ ਦੇ ਉੱਤੇ। ਮੌਕੇ ਤੇ ਉਹਨਾਂ ਲੱਤਾਂ ਮਾਰੀਆਂ ਜੀ, ਤੇ ਕਹਿਣ ਲੱਗੇ ਕੋਈ ਨਹੀਂ ਤੇਰਾ ਬਣਾਉਂਦੇ ਆਪਾਂ ਬਾਬਾ। ਤੇ ਉਹਨੂੰ ਚੁੱਕ ਕੇ ਲੈ ਗਏ, ਗੱਡੀ ਪਾਉਂਦੇ ਗਾਲਾਂ ਦਿੰਦੇ ਗਏ ਜੀ। ਉੱਥੇ ਲੈ ਗਏ ਥਾਣੇ 'ਚ ਲੈ ਗਏ ਜੀ। ਹਰ ਇੱਕ ਬੰਦੇ ਨੇ ਕੁੱਟਿਆ ਜੀ, ਸਾਨੂੰ ਥੱਪੜ ਮਾਰੇ, ਨਾ ਨੂੰ ਫੋਨ ਕਰਨ ਦਿੱਤਾ ਜੀ, ਨਾ ਨੂੰ ਕੋਈ ਸਾਡਾ ਪੁੱਛਿਆ, ਨਾਮ ਪੁੱਛਿਆ, ਕੁਛ ਨਹੀਂ ਪੁੱਛਿਆ ਜੀ। ਬਸ ਉਹਨਾਂ ਨੇ ਕੁੱਟਣਾ ਸ਼ੁਰੂ ਕਰਤਾ ਸਿੱਧਾ ਹੀ। ਕੁੱਟਦੇ ਉਹਨਾਂ ਨੇ ਕੁਛ ਨਹੀਂ ਕੀਤਾ, ਮਤਲਬ ਕੋਈ ਛੱਡਿਆ ਨਹੀਂ ਕੋਈ ਵੀ ਪਾਰਟ। ਉਹਨਾਂ ਨੇ ਬੰਦੇ ਬੁਲਾ ਲਏ ਜੀ। ਬੰਦੇ ਜਿਹੜੇ ਬ੍ਰਦਰ ਸੀ ਛੋਟੇ, ਉਹਨਾਂ ਨੂੰ ਵੀ ਕੁੱਟਿਆ? ਬੜਾ ਕੁੱਟਿਆ ਜੀ ਉਹਨਾਂ ਨੂੰ, ਤੇ ਮੇਰੇ ਤੋਂ ਜ਼ਿਆਦਾ ਕੁੱਟਿਆ ਜੀ। ਉਹਨੂੰ ਕੁੱਟ ਕੇ ਕਿਹਾ ਕਿ ਤੇ ਬੂਟ ਲਾ ਇਹਦੇ ਪੈਰ ਤੋੜਨੇ ਆ ਜੀ। ਉਹਨਾਂ ਨੇ ਮੇਰੇ ਕਿੰਨੀ ਏਜ ਹੈ ਉਹਨਾਂ ਦੀ? ਉਹਨਾਂ ਦੀ ਏਜ ਜੀ 13 ਸਾਲ ਆ ਜੀ, ਮੇਰੀ 18 ਸਾਲ ਆ। ਉਹ ਬੜਾ ਹੱਥ ਜੋੜਿਆ ਉਹਨੇ ਕਿ ਮੇਰੇ ਤੇ ਪਹਿਲਾਂ ਵੀ ਪੈਰ ਟੁੱਟੇ ਹੋਏ ਨੇ, ਮੈਨੂੰ ਤਾਂ ਬਾਈਕ ਵੀ ਚਲਾਉਣੀ ਨਹੀਂ ਆਉਂਦੀ। ਤੇ ਫਿਰ ਉਹਨਾਂ ਨੇ ਝੂਠ ਇਲਜ਼ਾਮ ਲਾਇਆ ਕਿ ਤੁਸੀਂ ਇਸ਼ਾਰੇ ਕੀਤੇ, ਤੁਸੀਂ ਇਹ ਕੀਤਾ। ਉਹ ਤੇ ਵਿਚਾਰਾ ਮੁੰਡਾ ਵੇਖ ਕੇ ਡਰ ਗਿਆ ਜੀ।
ਉਹ ਕਿਵੇਂ ਕਰਦਾ। ਉਹਨਾਂ ਨੇ ਫਿਰ ਉੱਥੇ ਮੇਰੀ ਦਾੜੀ ਪੁੱਟੀ ਜੀ, ਕਿ ਮੇਰੇ ਮਾਰ ਕੇ ਸਿਰ ਤੋਂ ਕੇਸ ਮਤਲਬ ਪੁੱਟੇ ਜੀ, ਹਰ ਥਾਂ ਪੁੱਟਿਆ ਉਹਨਾਂ ਨੇ ਜੀ, ਕੁੱਟਿਆ, ਮੂੰਹ ਤੇ ਮਾਰਿਆ ਜੀ। ਜਦੋਂ ਮੈਂ ਚੀਕ ਮਾਰੀ ਜੀ, ਮਤਲਬ ਕਿ ਬਚਾ ਲਓ, ਮਤਲਬ ਕਿ ਜੋ ਵੀ ਹੁੰਦਾ ਬੰਦਾ ਬੋਲਦਾ ਰੋਂਦੇ ਵੇਲੇ, ਉਹਨਾਂ ਨੇ ਮੂੰਹ ਤੇ ਮਾਰਿਆ ਜੀ। ਮੇਰੀ ਅੱਖਾਂ ਬੰਦ ਹੋਣ ਲੱਗੀਆਂ, ਉਹਨਾਂ ਨੇ ਤਾਂ ਵੀ ਨਹੀਂ ਛੱਡਿਆ ਜੀ। ਮੁੰਡਾ ਮੇਰੇ ਅੱਗੇ ਅੜਦਾ ਰਿਹਾ ਕਿ ਨਾ ਵੱਡੇ ਵੀਰ ਨੂੰ ਮਾਰੋ, ਨਾ ਮਾਰੋ, ਹੱਥ ਜੋੜਦਾ ਰਿਹਾ, ਲੇਕਿਨ ਉਹਨਾਂ ਨੇ ਕੁਝ ਨਹੀਂ ਸੁਣੀ ਜੀ। ਉਹਨੇ ਬਾਹਰੋਂ ਬੰਦੇ ਬੁਲਾ ਕੇ ਉੱਤੇ ਬਿਠਾ ਕੇ ਉਹ ਕਟਵਾਇਆ ਜੀ। ਮਤਲਬ ਜੋ ਉਹਨਾਂ ਕੋਲ ਹੋ ਪਾਇਆ ਉਹਨਾਂ ਨੇ ਕੀਤਾ ਜੀ। ਕਿ ਮੇਨ ਕਾਰਨ ਇਹੀ ਮੰਨਦੇ ਹੋ ਵੀ ਸੰਤਾਂ ਦੀ ਤਸਵੀਰ ਲੱਗੀ ਹੋਈ ਸੀ, ਇਸ ਕਰਕੇ ਉਹਨਾਂ ਨੇ ਰੋਕਿਆ ਤੇ ਇਸ ਕਰਕੇ ਕੁੱਟਿਆ ਤੁਹਾਨੂੰ? ਮੇਨ ਕਾਰਨ ਜੀ ਆਹੀ ਆ, ਸੰਤਾਂ ਦੀ ਫੋਟੋ ਲੱਗੀ, ਪਰਨੇ ਬੰਨੇ ਜੀ, ਪਰਨਿਆਂ ਤੋਂ ਵੈਸੇ ਬੜੇ ਛਿੜਦੇ ਨੇ ਜੀ ਉਹ, ਤਾਂ ਕਰਕੇ ਉਹਨਾਂ ਨੂੰ ਫੜਿਆ। ਹੋਰ ਕੋਈ ਰੀਜ਼ਨ ਨਹੀਂ ਹੈਗਾ ਜੀ। ਮਤਲਬ ਗੋਲ ਜਿਹੜੇ ਪਰਨੇ ਬੰਨੇ ਹੁੰਦੇ ਆ, ਬੰਨਣ ਨਹੀਂ ਦਿੰਦੇ ਉੱਥੇ? ਸਭ ਚਿੜਦੇ ਆ ਜੀ ਗੋਲ ਪਰਨਿਆਂ ਤੋਂ। ਗੋਲ ਪਰਨੇ ਵਾਲੇ ਬੰਦੇ ਵੈਸੇ ਅਨਫੋਲੋ ਕਰ ਜਾਂਦੇ ਆ ਜੀ ਨੈਟ ਤੇ ਵੀ। ਪਹਿਲਾਂ ਵੀ ਕਦੇ ਐਦਾਂ ਦਾ ਹੋਇਆ ਵੀ ਗੋਲ ਪਰਨਾ ਬੰਨਿਆ ਹੋਵੇ, ਅੱਗੇ ਗਏ ਹੋ ਵਿਚਰੇ ਹੋ ਤੇ ਐਦਾਂ ਦਾ ਕੁਝ ਹੋਇਆ ਹੋਵੇ? ਜੀ ਪੁਲਿਸ ਨਾਲ ਤੇ ਨਹੀਂ ਆ, ਲੇਕਿਨ ਲੋਕੀ ਬਹੁਤ ਚਿੜਦੇ ਆ ਜੀ ਗੋਲ ਪਰਨਿਆਂ ਤੋਂ। ਸੰਤ ਜੀ ਮੰਨਦੇ ਸੀ ਤਾਂ ਕਰਕੇ ਲੋਕੀ ਜ਼ਿਆਦਾ ਚਿੜਦੇ ਆ ਜੀ। ਉਹਨਾਂ ਦੀ ਫੋਟੋ ਤੋਂ ਬਹੁਤ ਹਜੇ ਵੀ ਡਰਦੇ ਲੋਕੀ, ਤਾਂ ਕਰਕੇ ਸੋਚਦੇ ਆ ਕਿ ਇਹ ਦਾੜੀ ਕਟਾਉਣ ਜੀ, ਇਹ ਦੂਜੇ ਕੰਮਾਂ ਵੱਲ ਜਾਣ, ਲੇਕਿਨ ਇਹ ਸਿੱਖੀ ਵੱਲ ਨਾ ਜਾਣ ਜੀ। ਲੋਕੀ ਇਹ ਚਾਹੁੰਦੇ ਨੇ। ਅੱਛਾ, ਉਸ ਤੋਂ ਬਾਅਦ ਕੀ ਹੋਇਆ ਜਦੋਂ ਤੁਹਾਨੂੰ ਕੁੱਟਿਆ ਗਿਆ, ਜਿਪਸੀ ਚ ਪਾ ਲਿਆ ਹੈ ਨਾ, ਉਸ ਤੋਂ ਬਾਅਦ ਥਾਣੇ ਲੈ ਗਏ, ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਜੀ ਸਾਨੂੰ ਬੈਂਡ ਨਹੀਂ ਦਿੱਤਾ, ਪਾਣੀ ਨਹੀਂ ਦਿੱਤਾ, ਦੁਬਾਰਾ ਕੁੱਟਿਆ ਜੀ, ਥੱਪੜ ਮਾਰੇ, ਸਾਨੂੰ ਫੋਨ ਨਹੀਂ ਕਰਨ ਦਿੱਤਾ ਜੀ। ਅਸੀਂ ਬੜਾ ਕੁਝ ਕਿਹਾ। ਉਸ ਤੋਂ ਬਾਅਦ ਜਦੋਂ ਘਰ ਦੇ ਆਏ, ਫਿਰ ਦੋ ਸਰਦਾਰ ਬੰਦੇ ਸੀ ਜੀ, ਉੱਥੋਂ ਕਸਟਡੀ ਦੇ ਵਿੱਚ ਮੁਲਾਜ਼ਮ ਸੀ ਉਹਨਾਂ ਦੇ। ਉਹ ਆਏ ਜੀ, ਉਹਨਾਂ ਨੇ ਸਾਨੂੰ ਬਿਠਾਇਆ ਜੀ। ਘੱਟੋ ਘੱਟ 4-5 ਘੰਟੇ ਬਾਅਦ ਉਹਨਾਂ ਨੇ ਸਾਨੂੰ ਬਿਠਾਇਆ ਖਲੋਤਿਆਂ ਨੂੰ। ਸਾਡੇ ਪੈਰ ਟੁੱਟੇ ਹੋਏ ਸੀ, ਹੱਥ ਟੁੱਟੇ ਹੋਏ ਸੀ, ਚੱਕਰ ਆਉਂਦੇ ਸੀ ਜੀ। ਮੁੰਡਾ ਮੇਰੇ ਸਾਰੇ ਖਲੋਤਾ ਸੀ, ਮੈਂ ਉਹਦੇ ਸਾਰੇ ਖਲੋਤਾ ਸੀ ਜੀ। 13 ਸਾਲਾਂ ਦਾ ਮੁੰਡਾ, ਉਹਦੇ ਸਾਰੇ ਹੱਥ ਮਾਰ ਕੇ ਹੱਥ ਸਜਾ ਛੜੇ ਜੀ, ਉਹਦੇ ਪੈਰ ਸਜਾ ਛੜੇ ਜਿੱਥੋਂ ਟੁੱਟਿਆ ਸੀ। ਇਸ ਵੇਲੇ ਕਿੱਥੇ ਨੇ ਉਹ? ਇਸ ਵੇਲੇ ਜੀ ਉਹਨਾਂ ਦੀ ਬਹੁਤ ਜ਼ਿਆਦਾ ਤਬੀਅਤ ਖਰਾਬ ਆ, ਉਹ ਘਰੇ ਹੈ ਜੀ। ਹਸਪੀਟਲ ਤੋਂ ਅੱਜ ਉਹ ਘਰੇ ਆਏ ਨੇ, ਉਹਨਾਂ ਨੂੰ ਛੁੱਟੀ ਮਿਲੀ ਆ ਜੀ, ਉਹ ਘਰੇ ਨੇ ਇਸ ਟਾਈਮ ਜੀ। ਉਹ ਨਹੀਂ ਆ ਉਹ ਕਿੱਥੇ ਰਹਿੰਦੇ, ਕਿੱਥੇ ਨੇ ਤੁਹਾਡੇ ਮਾਸੀ ਜੀ? ਉਹ ਯਮਨਾ ਨਗਰ ਰਹਿੰਦੇ ਜੀ, ਕਮਾਨੀ ਚੌਕ ਤੇ। ਹਾਂਜੀ, ਤੁਸੀਂ ਯਮਨਾ ਨਗਰ ਉਹਨਾਂ ਕੋਲੇ ਗਏ ਸੀ? ਮੈਂ ਉਹਨਾਂ ਕੋਲੇ ਗਿਆ ਕਿ ਮੁੰਡਾ ਉਹਨੇ ਵੀ ਜਾਣਾ ਸੀ ਮੇਰੇ ਨਾਲ ਮੋਰਚੇ ਤੇ, ਤਾਂ ਕਰਕੇ ਆਪਾਂ ਇਕੱਠੇ ਸ਼ੋਪਿੰਗ ਕਰਨ ਗਏ ਜੀ। ਬਸ ਇਸ ਤੋਂ ਬਾਅਦ ਜਦੋਂ ਘਰ ਦੇ ਆਉਂਦੇ ਆ, ਘਰ ਦੇ ਕਿੰਨੇ ਵਜੇ ਆਉਂਦੇ ਆ ਤੁਹਾਡੇ ਥਾਣੇ ਦੇ ਵਿੱਚ? ਉਸ ਤੋਂ ਬਾਅਦ ਕਦੋਂ ਤੁਹਾਨੂੰ ਲੈ ਕੇ ਜਾਂਦੇ ਆ? ਘਰ ਦੇ ਜੀ ਨੇਰੇ ਪੇ ਆਉਂਦੇ ਆ, ਨੇਰੇ ਪੇ ਆਉਂਦੇ। ਫਿਰ ਉਹਨਾਂ ਨੇ ਬਹੁਤ ਕੁਝ ਕਿਹਾ ਜੀ ਉਹਨਾਂ ਨੂੰ ਕਿ ਛੱਡ ਦਿਓ ਜੀ, ਪੈਸੇ ਲੈ ਲਓ। ਉਹਨਾਂ ਨੇ, ਮੈਂ ਉੱਥੇ ਵੀ ਗੱਲ ਸੁਣੀ ਕਿ ਜਿਹੜਾ ਇੱਕ ਬੰਦਾ ਕਹਿੰਦਾ ਸੀ ਕਿ ਪੈਸੇ ਲਓ ਇਹਨਾਂ ਕੋਲ 1.5 ਲੱਖ ਰੁਪਏ, ਤੇ ਸਾਰੇ 'ਚ ਵੰਡਾਂਗੇ ਤੇ ਬਰਾਬਰ ਖਾਵਾਂਗੇ। ਫਿਰ ਉਹਨਾਂ ਨੇ ਆਰਡਰ ਕੀਤਾ ਜੀ, ਸਮਾਨ ਖਾਣ ਪੀਣ ਵਾਲਾ ਆਰਡਰ ਕੀਤਾ, ਉਹ ਖਾਦਾ ਜੀ ਉਹਨਾਂ ਨੇ। ਤੇ ਫਿਰ ਜਿਹੜਾ ਮਤਲਬ ਐਸਐਸਪੀ ਹੈ, SHO ਸੌਰੀ ਜੀ, ਜਿਹੜਾ SHO ਉਹ ਆਇਆ, ਉਹ ਆ ਕੇ ਦੁਬਾਰਾ ਮਤਲਬ ਗਾਲਾਂ ਗੂਲਾ ਦੇ ਕੇ ਗਿਆ। ਫਿਰ ਉਹਨੇ ਏਜ ਪੁੱਛੀ, ਉਹਨਾਂ ਨੇ ਜੀ 20-30 ਸਾਈਨ ਕਰਾਏ ਮੇਰੇ ਕੋਲ ਟੁੱਟੇ ਹੱਥਾਂ ਤੋਂ ਜੀ। ਸਾਈਨ ਕਰੋ, ਇਹ ਕੁਝ ਨਹੀਂ ਛੱਡਿਆ ਜੀ ਉਹਨਾਂ ਨੇ ਕਿਹਾ ਕਿ ਮੈਡੀਕਲ ਕਰਾ ਕੇ ਤੈਨੂੰ ਛੱਡ ਦਾਂਗੇ। ਫਿਰ ਉਹਨੇ ਕਿਹਾ ਕਿ ਜਦੋਂ ਬਾਹਰ ਨਿਕਲਣਾ ਹੈ ਉਦੋਂ ਸਿੱਧਾ ਹੋ ਕੇ ਤੁਰੀ, ਜੇ ਕਿਤੇ ਮੁੜਿਆ ਤੁਰਿਆ ਤੂੰ ਮਤਲਬ ਵਿਖਾਇਆ ਘਰਦਿਆਂ ਨੂੰ ਕਿ ਮੈਨੂੰ ਸੱਟ ਵੱਜੀ ਹੈ, ਦੁਬਾਰਾ ਜੇਲ੍ਹ ਸੁੱਟ ਦਾਂਗੇ, 5 ਸਾਲ ਤੈਨੂੰ ਨਿਕਲਣ ਨਹੀਂ ਦੇਣਗੇ। ਅੱਛਾ, ਧਮਕੀਆਂ ਦਿੱਤੀਆਂ ਗਈਆਂ? ਦਿੱਤੀਆਂ ਜੀ। ਇਹ ਕਿਹਾ ਕਿ ਤੈਨੂੰ ਤੇ ਆਪਾਂ ਵੇਖ ਲਾਂਗੇ, ਤੈਨੂੰ ਬੜਾ ਕੁੱਟਾਂਗੇ, ਬਾਹਰ ਨਿਕਲ ਗਿਆ ਤੈਨੂੰ ਗੋਲੀ ਮਾਰ ਦਾਂਗੇ, ਬੜਾ ਕੁਝ ਕਿਹਾ ਜੀ ਉਹਨਾਂ ਨੇ। ਕੁਝ ਨਹੀਂ ਛੱਡਿਆ। ਮੁੰਡੇ ਨੂੰ ਬੋਰਡਰ ਆਇਆ, ਮੁੰਡਾ 1 ਮਿੰਟ ਨਹੀਂ ਚੁੱਪ ਹੋਇਆ ਜੀ ਰੋਣ ਤੋਂ। ਉਹ ਛੋਟਾ ਸੀ, ਬਹੁਤ ਰੋਇਆ ਜੀ, ਕੁਝ ਨਹੀਂ ਛੱਡਿਆ। ਜਦੋਂ ਤੁਹਾਨੂੰ ਧਮਕਾਇਆ ਗਿਆ, ਉਸ ਤੋਂ ਬਾਅਦ ਜਦੋਂ ਤੁਸੀਂ ਘਰੇ ਆ ਗਏ, ਉਸ ਤੋਂ ਬਾਅਦ ਤੁਸੀਂ ਕਿਤੇ ਦਰਖਾਸਤ ਨਹੀਂ ਦਿੱਤੀ ਕਿ SSP ਨੂੰ ਨਹੀਂ ਮਿਲੇ ਜਾਂ ਕਿਸੇ ਹੋਰ ਨੂੰ ਨਹੀਂ ਮਿਲੇ? ਜੀ ਸਾਡੇ ਡੈਡੀ ਮੰਮੀ ਡੈਡੀ ਹਰ ਥਾਂ ਗਏ ਜੀ, ਕੋਈ ਥਾਂ ਨਹੀਂ ਛੱਡੀ। SSP ਜੋ ਵੀ ਹੈਗੇ ਜੀ, MLA ਮੁਲੇ ਹਰ ਥਾਂ ਮਿਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਕਿਸੇ ਨੇ ਵੀ ਸਾਡਾ ਸੋਲੂਸ਼ਨ ਨਹੀਂ ਕੀਤਾ ਜੀ। ਹਰ ਬੰਦੇ ਨੇ ਬਸ ਆਹੀ ਕਿਹਾ ਕਿ ਹੋ ਜਾਏਗਾ, ਲੇਕਿਨ ਕੀਤਾ ਕਿਸੇ ਨੇ ਜੀ। ਹਸਪੀਟਲ 20-25 ਹਸਪੀਟਲ ਗਏ ਜੀ ਆਪਾਂ, UP, ਸਹਾਰਨਪੁਰ, ਅੰਬਾਲਾ, ਯਮਨਾ ਨਗਰ, ਹਰ ਥਾਂ ਜੀ, ਕਿਸੇ ਨੇ ਐਡਮਿਟ ਵੀ ਨਹੀਂ ਕੀਤਾ। ਇਹੀ ਗੱਲ ਕਹਿੰਦੇ, ਐਡਮਿਟ ਕਿਉਂ ਨਹੀਂ ਕੀਤਾ? ਐਡਮਿਟ ਇਹ ਨਹੀਂ ਕੀਤਾ ਕਿ ਪਹਿਲਾਂ FIR ਲਿਆ ਕੇ ਦਿਓ, ਪੁਲਿਸ ਵਾਲਿਆਂ ਨੂੰ ਬੁਲਾਓ। ਤੇ ਜਦੋਂ ਆਪਾਂ ਗਾਬਾ ਹਸਪੀਟਲ ਗਏ ਜੀ, ਉੱਥੇ ਵੀ ਪਹਿਲਾਂ ਤੇ ਉਹਨਾਂ ਨੇ ਕਿਹਾ ਕਿ ਆਪਾਂ ਲਿਖ ਦਾਂਗੇ, ਮਤਲਬ ਕਿ ਸਭ ਕੁਝ ਜੋ ਵੀ ਤੁਹਾਨੂੰ ਸੱਟਾਂ ਵੱਜੀਆਂ। ਉਸ ਤੋਂ ਬਾਅਦ ਜੀ ਜਦੋਂ ਉਹਨਾਂ ਨੂੰ ਫੋਨ ਆਇਆ ਹੋਣਾ ਪੁਲਿਸ ਵਾਲਿਆਂ ਦਾ, ਉਹ ਵੀ ਮੁੱਕਰ ਗਏ ਜੀ। ਉਹਨਾਂ ਨੇ ਕਿਹਾ ਕਿ ਪੁਲਿਸ ਵਾਲਿਆਂ ਨੂੰ ਆਪਾਂ ਫੋਨ ਕੀਤਾ ਜੀ ਕਿ ਆ ਕੇ ਸਾਡਾ ਮਤਲਬ ਪਤਾ ਕਰ ਲਓ, ਬਿਆਨ ਲੈ ਲਓ, ਜੋ ਵੀ ਹੁੰਦਾ ਜੀ। ਉਹਨਾਂ ਨੇ ਉਹ ਵੀ ਨਹੀਂ ਲਿਆ, ਬਿਆਨ ਵੀ ਨਹੀਂ ਲਿਆ, ਪੁਲਿਸ ਵਾਲੇ ਹੀ ਨਹੀਂ ਆਏ ਜੀ। ਇਹਨਾਂ ਦੇ ਫਾਦਰ ਵੀ ਨਾਲ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮੈਂ ਚਾਹੂੰਗਾ ਚੇਅਰ ਲੈ ਲਓ, ਤੁਸੀਂ ਨਾਲ ਹੀ ਆ ਜਾਓ। ਤੇ ਅੱਛਾ, ਤੁਹਾਨੂੰ ਕੀ ਲੱਗਦਾ ਫੋਨ ਕਿਹਦਾ ਆਇਆ ਹੋਣਾਗਾ? ਜਿਵੇਂ ਤੁਹਾਡੇ ਫਾਦਰ ਵੀ ਨਾਲ ਨੇ, ਆਪਾਂ ਗੱਲਬਾਤ ਕਰਦੇ ਹਾਂ। ਸਰ, ਜਿਵੇਂ ਕਹਿ ਰਹੇ ਨੇ ਕਿ ਫੋਨ ਆ ਗਿਆ ਉੱਪਰੋਂ, ਹੈ ਨਾ, ਤੁਹਾਨੂੰ ਕੀ ਲੱਗਦਾ ਵੱਡੇ ਲੈਵਲ ਤੇ ਗੱਲਬਾਤ ਹੋਈ ਇਸੇ ਕਰਕੇ ਫੋਨ ਆਇਆ ਹੋਊਗਾ ਪਿੱਛੋਂ, ਜਾਂ ਕਿਸੇ SHO ਦੀ ਇੰਨੀ ਕਿੰਨੀ ਕੁ ਜ਼ਰੂਰਤ ਆ ਵੀ ਉਹ ਕਿਸੇ ਹਸਪੀਟਲ 'ਚ ਫੋਨ ਕਰਦੇ, ਉਹ ਵੀ ਕਿਸੇ ਆਊਟ ਆਫ ਸਟੇਸ਼ਨ, ਜਿਵੇਂ ਵੱਖ-ਵੱਖ ਹਸਪੀਟਲਸ ਦੇ ਵਿੱਚ ਤੁਸੀਂ ਗਏ? ਦੇਖੋ ਜੀ, ਇੱਕ ਹਸਪੀਟਲ ਦਾ ਫਰਜ਼ ਹੁੰਦਾ ਹੈ ਇਨਫੋਰਮੇਸ਼ਨ ਦੇਣਾ ਪੁਲਿਸ ਨੂੰ। ਉਹਨਾਂ ਨੇ PI ਕੀਤੀ, ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ। ਤੇ ਡਾਕਟਰ ਸਾਹਿਬ ਦਾ ਕਹਿਣਾ ਸੀ, ਗਾਬਾ ਸਾਹਿਬ ਦਾ, ਕਿ ਇੱਥੇ ਇੱਕ ਐਕਸੀਡੈਂਟ ਦਾ ਕੇਸ ਵੀ ਹੋਏ ਤਾਂ ਵੀ ਪੁਲਿਸ ਵਾਲਿਆਂ ਨੂੰ ਅਸੀਂ PI ਜੇ ਕਰਨੇ ਆ ਤੇ ਉਹ ਤੁਰੰਤ ਆ ਜਾਂਦੇ ਨੇ। ਐਡੇ ਵੱਡੇ ਮਾਮਲੇ 'ਚ ਉਹਨਾਂ ਨੇ PI ਕੀਤੀ, ਕੋਈ ਪੁਲਿਸ ਵਾਲਾ ਪੂਰੀ ਰਾਤ ਪੂਰਾ ਦਿਨ ਨਹੀਂ ਆਇਆ ਜੀ। ਅਸੀਂ ਸ਼ਾਮੀ ਡਾਕਟਰ ਸਾਹਿਬ ਨੂੰ ਕਿਹਾ, ਡਾਕਟਰ ਸਾਹਿਬ ਸਾਡੀ ਛੁੱਟੀ ਕਰ ਦਿਓ ਜਦ ਤੱਕ ਕੋਈ ਇਨਫੋਰਮੇਸ਼ਨ, ਕੋਈ ਪੁਲਿਸ ਵਾਲਾ ਕੋਈ ਵੀ ਨਹੀਂ ਆਇਆ। ਕਹਿੰਦੇ ਜੀ ਜਨਰਲੀ ਉਹਨਾਂ ਨੂੰ ਆਉਣਾ ਤਾਂ ਚਾਹੀਦਾ, ਪਰ ਨਹੀਂ ਆਇਆ ਤੇ ਅਸੀਂ ਹੁਣ ਕੁਝ ਨਹੀਂ ਕਰ ਸਕਦੇ। ਐਟਲੀਸਟ ਅਸੀਂ ਆਹੀ ਸਮਝ ਸਕਦੇ ਹਾਂ ਕਿ ਉਹਨਾਂ ਨੂੰ ਪੁਲਿਸ ਦਾ ਨਾਲ ਗੱਲਬਾਤ ਹੋ ਚੁੱਕੀ ਸੀ, ਉਹਨਾਂ ਨੂੰ
ਉਹ ਡਾਕਟਰ ਸਾਹਿਬ ਵੀ ਹਸਪੀਟਲ ਵੀ ਦਬਾਅ 'ਚ ਆਇਆ, ਇਸ ਕਰਕੇ ਉਹ ਆਪਣੇ ਪੁਰਾਣੇ ਕੀਤੇ ਵਾਅਦਿਆਂ ਦੇ ਹਿਸਾਬ ਅਨੁਸਾਰ ਉਹ ਮੁੱਕਰ ਗਏ ਕਿ ਅਸੀਂ ਲਿਖ ਕੇ ਤੁਹਾਨੂੰ ਕੁਝ ਨਹੀਂ ਦੇ ਸਕਦੇ। ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਜਿੱਥੇ ਜੋ ਜੈਨੂਇਨ ਸੱਟਾਂ ਲੱਗੀਆਂ ਨੇ ਅਸੀਂ ਤੁਹਾਨੂੰ ਲਿਖ ਕੇ ਦੇਵਾਂਗੇ, ਜੋ ਇੰਜਰੀਜ਼ ਹੋਈਆਂ ਨੇ ਤੁਹਾਨੂੰ ਲਿਖ ਕੇ ਦੇਵਾਂਗੇ, ਸੱਟ ਕਿਹੜੀ ਚੀਜ਼ ਦੀ ਤੁਹਾਨੂੰ ਆ ਵੀ ਲਿਖ ਕੇ ਦੇਵਾਂਗੇ। ਬਾਅਦ ਵਿੱਚ ਸਾਰਾ ਸਟਾਫ ਉਹਨਾਂ ਦਾ ਮੁੱਕਰ ਗਿਆ। ਡਾਕਟਰ ਸਾਹਿਬ ਦੇ ਨਾਲ ਸਾਰੇ ਮੀਟਿੰਗ ਕਰਦੇ ਰਹੇ। ਡਾਕਟਰ ਸਾਹਿਬ ਨੇ ਉਹਨਾਂ ਨੂੰ ਸਖਤ ਇੰਸਟਰਕਸ਼ਨ ਦਿੱਤੀਆਂ ਜੂਨੀਅਰ ਡਾਕਟਰਾਂ ਨੂੰ ਕਿ ਤੁਸੀਂ ਕੁਝ ਨਹੀਂ ਲਿਖਣਾ, ਮੇਰੇ ਪੁੱਛੇ ਬਗੈਰ ਤੁਸੀਂ ਕੋਈ ਵੀ ਇਹਨਾਂ ਨੂੰ ਡਾਕੂਮੈਂਟ ਨਹੀਂ ਦੇਣਾ। ਇਹ ਗੱਲ ਕਿਹਨੇ ਕਹੀ ਸੀ? ਡਾਕਟਰ BS ਗਾਬਾ ਹੈਗੇ ਨੇ ਜਿਹੜੇ ਉਹਦੇ ਸੰਸਥਾਪਕ ਹੈਗੇ ਨੇ ਹਸਪੀਟਲ ਦੇ MD। ਉਸ ਤੋਂ ਬਾਅਦ ਉਹਨਾਂ ਨੇ ਬੁਲਾ ਕੇ ਸਾਰੇ ਸਟਾਫ ਨੂੰ, ਡਾਕਟਰਸ ਨੂੰ, ਜਿਹੜੇ ਜੂਨੀਅਰ ਡਾਕਟਰਸ ਨੇ ਉਹਨਾਂ ਨੂੰ ਕਿਹਾ ਕੋਈ ਵੀ ਡਾਕੂਮੈਂਟ ਇਹਨਾਂ ਨੂੰ ਨਹੀਂ ਦੇਣਾ, ਇਹਨਾਂ ਨੂੰ ਕੇਵਲ ਤੇ ਕੇਵਲ ਮੇਰੇ ਪੁੱਛੇ ਬਗੈਰ, ਮੇਰੇ ਸਾਈਨ ਤੋਂ ਬਗੈਰ ਕੋਈ ਡਾਕੂਮੈਂਟ ਨਾ ਦਿਓ। ਤੇ ਐਟਲੀਸਟ ਅਸੀਂ ਸਮਝ ਸਕਦੇ ਹਾਂ ਉਹਨਾਂ ਦੀ ਹੋ ਸਕਦਾ ਪੁਲਿਸ ਵਾਲਿਆਂ ਨਾਲ ਕੋਈ ਗੱਲਬਾਤ ਹੋ ਗਈ। ਤੁਸੀਂ SSP ਨੂੰ ਮਿਲੇ ਜਾਂ ਹੋਮ ਮਿਨਿਸਟਰ ਹਰਿਆਣਾ ਨੂੰ ਮਿਲੇ, ਉਹਨਾਂ ਦਾ ਕੀ ਰਿਐਕਸ਼ਨ ਸੀ? ਕੋਈ ਟਿੱਪਣੀ ਕੀਤੀ ਹੋਊਗੀ, ਉਹਨਾਂ ਨੇ ਜਵਾਬ ਤਾਂ ਕੋਈ ਦਿੱਤਾ ਹੋਊਗਾ? SSP ਨੇ ਨਾਲ ਜਿਹੜਾ ਕਮਿਊਨੀਕੇਸ਼ਨ ਹੋਇਆ, ਕੀ ਗੱਲਬਾਤ ਹੋਈ? ਉਹਨਾਂ ਨੂੰ ਅਸੀਂ ਸਾਰੀ ਤਸਵੀਰ ਦਿਖਾਈਆਂ, ਸਾਰਾ ਜਿਹੜਾ ਵਾਕਿਆ ਦੱਸਿਆ, ਤੇ ਉਹਨਾਂ ਨੇ ਵੀ ਕਿਹਾ ਕਿ ਬਹੁਤ ਗਲਤ ਕੀਤਾ, ਇੱਦਾਂ ਨਹੀਂ ਜਨਰਲੀ ਹੁੰਦਾ, ਕਿਉਂਕਿ ਇਹਨਾਂ ਕੇਸਾਂ ਵਿੱਚ ਜਨਰਲੀ ਚਲਾਨ ਹੋ ਜਾਂਦਾ ਹੈ। ਚਲਾਨ ਤੁਹਾਡਾ ਹੋ ਗਿਆ ਸੀ, ਮਰਨਾ ਕੁੱਟਣ ਦਾ ਕੋਈ ਲੌਜਿਕ ਨਹੀਂ ਬਣਦਾ ਕਿਸੇ ਜਿਹੜਾ ਅਧਿਕਾਰੀ ਦਾ। ਕੋਈ ਗੱਲ ਨਹੀਂ, ਸਾਨੂੰ ਤੁਸੀਂ 3-4 ਦਿਨ ਦਾ ਟਾਈਮ ਦਿਓ ਤੇ ਅਸੀਂ ਉਹਨਾਂ ਨੂੰ ਬੁਲਾ ਲੈਂਦੇ ਹਾਂ। ਲੇਕਿਨ ਸਾਨੂੰ ਨਹੀਂ ਲੱਗ ਰਿਹਾ ਸਾਨੂੰ ਇਨਸਾਫ ਮਿਲੇਗਾ। 3-4 ਦਿਨ ਸਾਨੂੰ ਭਟਕਦਿਆਂ ਹੋ ਵੀ ਗਏ ਨੇ, ਤੇ ਇਸ ਦੌਰਾਨ ਬੱਚੇ ਦੇ ਕੁਝ ਜਿਹੜੀਆਂ ਗੁੰਝੀਆਂ ਸੱਟਾਂ ਨੇ ਉਹ ਵੀ ਰਿਕਵਰ ਹੋ ਜਾਣਗੀਆਂ। ਜਿਹੜੇ ਉਹਨਾਂ ਦੇ ਆਪਣੇ ਡਾਕੂਮੈਂਟ ਐਵੀਡੈਂਸ ਵੀ ਥੋੜ੍ਹੇ ਮਿਟ ਜਾਣਗੇ। ਪੁਲਿਸ ਨੂੰ ਜਿਹੜਾ ਕੋਈ ਡਾਕੂਮੈਂਟ ਕੰਪਲੀਟ ਕਰਨਾ, ਪੁਲਿਸ ਵੀ ਡਾਕੂਮੈਂਟ ਆਪਣਾ ਕੰਪਲੀਟ ਕਰ ਸਕਦੀ ਹੈ। ਉਹਨਾਂ ਨੂੰ ਸਮਾਂ ਦਿੱਤਾ ਜਾ ਰਿਹਾ ਜੀ, ਸਾਡੀ ਸੁਣਵਾਈ ਨਹੀਂ ਹੋ ਰਹੀ ਜੀ। ਤੁਸੀਂ UP ਦੇ ਰਹਿਣ ਵਾਲੇ ਹੋ। UP ਦੇ ਮੁੱਖ ਮੰਤਰੀ ਖੁਦ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਆ। ਉਹ ਗੁਰੂ ਘਰ ਜਾਂਦੇ ਨੇ, ਸਿਰ ਦੇ ਉੱਤੇ ਸਰੂਪ ਚੱਕ ਕੇ ਗੁਰੂ ਸਾਹਿਬ ਦਾ, ਤੇ ਉਹ ਗੁਰੂ ਘਰ ਜਾਂਦੇ ਨੇ, ਤੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ UP ਦੇ CM ਤੁਹਾਡੀ ਗੱਲ ਸੁਣ ਸਕਣ? ਹਰਿਆਣਾ ਦੇ ਵਿੱਚ ਵੀ BJP ਹੈ, UP ਦੇ ਵਿੱਚ ਵੀ BJP ਹੈ। ਅਸੀਂ ਇਸ ਉਮੀਦ ਤੇ ਗਏ ਸੀ ਜੀ, ਹਰਿਆਣਾ ਵਿੱਚ ਵੀ ਗਏ ਸੀ, ਕਿਉਂਕਿ ਹਰਿਆਣਾ ਛੋਟਾ ਸਟੇਟ ਹੈ, ਉੱਥੇ ਸਾਡੀ ਸੁਣਵਾਈ ਜਲਦੀ ਹੋ ਸਕਦੀ ਸੀ। UP ਬਹੁਤ ਵੱਡਾ ਜਿਹੜਾ ਸਟੇਟ ਹੈਗਾ, ਸਾਡੇ ਨਾਲ ਹੀ ਸਟੇਟ ਹੈਗਾ ਜੀ ਜਿਹੜਾ ਹਰਿਆਣਾ। ਇਸੇ ਕਰਕੇ ਘਟਨਾ ਉੱਥੋਂ ਦੀ ਸੀ, ਇਸੇ ਕਰਕੇ ਅਸੀਂ ਉੱਥੋਂ ਦੇ ਅਧਿਕਾਰੀਆਂ ਨੂੰ ਮਿਲੇ, ਕਿਉਂਕਿ ਸਾਨੂੰ ਆਹ ਸੀ ਕਿ ਜੇ ਅਸੀਂ ਇੱਥੇ UP ਜਾਵਾਂਗੇ ਤਾਂ ਉਹ ਆਖਣਗੇ ਵੀ ਘਟਨਾ ਹਰਿਆਣੇ ਦੀ ਹੈ, ਤੁਸੀਂ ਉੱਥੇ ਜਾ ਕੇ ਕੰਪਲੇਂਟ ਦਰਜ ਕਰਾਓ, ਤੁਸੀਂ ਉੱਥੇ ਕੋਸ਼ਿਸ਼ ਕਰੋ। ਇਸ ਕਰਕੇ ਅਸੀਂ ਅਫਰਟ। ਤੁਸੀਂ CM ਨੂੰ ਹਾਲੇ ਤੱਕ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ? ਤੁਹਾਨੂੰ ਲੱਗਦਾ ਮਿਲਣਾ ਚਾਹੀਦਾ ਉਹਨਾਂ ਨੂੰ, ਯੋਗੀ ਆਦਿੱਤਿਆਨਾਥ ਹੋਰਾਂ ਨੂੰ? ਅਸੀਂ CM ਮੁੱਖ ਜੋ ਹੈ ਹਰਿਆਣਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਉਹ ਵੀ CM ਹੈਗੇ ਨੇ, ਜਿਹੜਾ ਉਹਨਾਂ ਨੂੰ CM ਨੂੰ ਅਨਿਲ ਵਿਜ ਜੀ ਨੂੰ, ਜਿਹੜੇ ਗ੍ਰਹਿ ਮੰਤਰੀ ਹੈਗੇ ਨੇ। ਤੇ ਜੇ ਸਾਨੂੰ ਨਾ ਇਨਸਾਫ ਮਿਲਿਆ ਅਸੀਂ ਕੋਸ਼ਿਸ਼ ਕਰਾਂਗੇ ਜੀ, ਉਹਨਾਂ ਨੂੰ ਵੀ ਮਿਲਾਂਗੇ ਇੱਕ ਵਾਰੀ ਜਿਹੜਾ ਯੋਗੀ ਜੀ ਨੂੰ। ਪਰਮਜੀਤ, ਮੈਂ ਥੋੜ੍ਹੀਆਂ ਨਾ ਤਸਵੀਰਾਂ ਦੇਖ ਰਿਹਾ ਸੀ ਕਿ ਕੁਝ ਸੱਟਾਂ ਜਿਹੜੀਆਂ ਬਹੁਤ ਤਿੱਖੀਆਂ ਵੱਜੀਆਂ ਹੋਈਆਂ। ਕਾਹਦੇ ਨਾਲ ਕੁੱਟਿਆ ਗਿਆ ਤੁਹਾਨੂੰ? ਸਿਰਫ ਡਾਂਗਾਂ ਨਾਲ ਜਾਂ ਕੋਈ ਹੋਰ ਵੀ ਮਤਲਬ ਉਹਨਾਂ ਕੋਲੇ ਹਥਿਆਰ ਸੀ ਜਾਂ ਕੀ ਸੀ ਉਹਨਾਂ ਕੋਲ? ਉਹਨਾਂ ਨੇ ਜੀ ਡਾਂਗਾਂ ਨਾਲ ਕੁੱਟਿਆ, ਮੁੱਕੇ ਮਾਰੇ ਜੀ, ਚੈਸਟ ਤੇ ਮਾਰੇ, ਲੱਤਾਂ ਮਾਰੀਆਂ ਜੀ। ਮਤਲਬ ਕਿ ਉਹਨਾਂ ਨੇ ਡਾਂਗਾਂ ਨਾਲ ਬਹੁਤ ਜ਼ਿਆਦਾ ਕੁੱਟਿਆ ਜੀ। ਡਾਂਗ ਉਹਨਾਂ ਨੇ ਸਭ ਤੋਂ ਜ਼ਿਆਦਾ ਯੂਜ਼ ਕੀਤੀ ਹੈ। ਦਿੱਤੀ ਉਹਨਾਂ ਨੇ ਕਿ ਅਸੀਂ ਐਸੇ ਜਿਹੇ ਪਿੰਡ ਦੇ ਹੈਗੇ ਆ ਜਿੱਥੇ ਪਹਿਲਾਂ ਬੰਦਾ ਮਾਰਦੇ ਸੀ, ਸਾਰੇ ਗੈਂਗਸਟਰ ਸ਼ਾਇਦ ਭਰਤੀ ਕੀਤੇ ਹੋਏ ਇਹਨਾਂ ਨੇ ਪੁਲਿਸ ਵਾਲਿਆਂ ਨੇ, ਤੇ ਐਸੇ ਗੈਂਗਸਟਰ ਨਾਲ ਥਾਣੇ ਭਰੇ ਹੋਏ ਨੇ ਜਿਹੜੇ ਬੱਚਿਆਂ ਨੂੰ ਫੜ ਕੇ ਤੇ ਇੰਨੀ ਵੱਡੀ ਧਮਕੀ ਦਿੰਦੇ ਨੇ। ਉਹ ਬੱਚਿਆਂ ਦਾ ਭਵਿੱਖ ਖਰਾਬ ਕਰਨ ਦੀ ਕੁਝ ਹੈ ਧਮਕੀਆਂ ਦਿੰਦੇ ਨੇ। ਬੱਚੇ ਡਰਦੇ, ਪਤਾ ਨਹੀਂ ਕਿੰਨੇ ਪਰਿਵਾਰ ਜਿਹੜੇ ਇਸ ਤਰ੍ਹਾਂ ਦੀ ਕੰਪਲੇਂਟ ਦਰਜ ਕਰਾਉਂਦੇ ਹੀ ਨਹੀਂ, ਕੁੱਟਾਂ ਖਾ ਕੇ ਸੱਟਾਂ ਖਾ ਕੇ ਘਰ ਬੈਠ ਜਾਂਦੇ ਜੀ। ਅਸੀਂ ਤਾਂ ਇੱਕ ਹਿੰਮਤ ਕੀਤੀ, ਆਪਣੇ ਅੰਦਰ ਇੱਕ ਜਿਹੜਾ ਜਜ਼ਬਾ ਹੈਗਾ ਸੀ ਵੀ ਅਸੀਂ ਲੜਾਂਗੇ, ਬੇਸ਼ੱਕ ਸਾਡਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ। ਮੈਂ ਇਹ ਪੁੱਛਣਾ ਚਾਹੂੰਗਾ, 20 ਤਰੀਕ ਨੂੰ ਇਹ ਘਟਨਾ ਵਾਪਰੀ ਆ, ਤੇ ਤੁਹਾਨੂੰ ਕਿੰਨੇ ਦਿਨ ਹੋ ਗਏ ਮੋਰਚੇ 'ਚ ਇੱਥੇ ਆਇਆ ਨੂੰ? ਹੁਣ ਅਸੀਂ ਕੱਲ੍ਹ ਦੇ ਮੋਰਚੇ 'ਚ ਆਏ ਹਾਂ ਜੀ। ਇਸ ਤੋਂ ਪਹਿਲਾਂ ਇਹਦਾ ਟ੍ਰੀਟਮੈਂਟ ਕਰਾਇਆ, ਕਿਉਂਕਿ ਬੱਚਾ ਬਹੁਤ ਤੜਫ ਰਿਹਾ ਸੀ ਜੀ। ਇਹਦੀ ਹਾਲਤ ਇੰਨੀ ਖਰਾਬ ਸੀ, ਇੱਥੋਂ ਤੱਕ ਕਹਿ ਰਹੇ ਸੀ ਕਿ ਪਾਪਾ ਸਾਰੀ ਗੱਲਾਂ ਛੱਡੋ, ਮੇਰਾ ਤੁਸੀਂ ਇਲਾਜ ਤਾਂ ਪਹਿਲਾਂ ਕਰਾ ਦਿਓ। ਆਹ ਲੜਾਈ ਤੇ ਅਸੀਂ ਲੰਬੀ ਲੜਾਈ ਹੈ, ਅਸੀਂ ਤਾਂ ਬਾਅਦ 'ਚ ਵੀ ਲੜ ਲਾਂਗੇ, ਮੇਰਾ ਪਹਿਲਾਂ ਇਲਾਜ ਤੇ ਕਰਾ ਲਓ। ਇਸ ਕਰਕੇ ਫਿਰ ਮੈਂ ਐਸੇ ਉਮੀਦ ਤੇ ਬੱਚੇ ਦੇ ਕਹਿਣ ਤੇ ਇਹਨੂੰ ਗਾਬਾ ਹਸਪੀਟਲ ਐਡਮਿਟ ਕਰਾ ਕੇ ਇਹਦਾ ਇਲਾਜ ਕਰਾਇਆ, ਕਿਉਂਕਿ ਮੇਰੀ ਫਸਟ ਪ੍ਰਾਇੋਰਟੀ ਐਜ਼ ਅ ਫਾਦਰ ਇਹਦਾ ਟ੍ਰੀਟਮੈਂਟ ਕਰਾਉਣਾ ਹੀ ਸੀ ਜੀ। ਕਿਉਂਕਿ ਪੁਲਿਸ ਵਾਲਿਆਂ ਨੇ ਤਾਂ ਸਾਨੂੰ ਇੱਕ ਫਿਟਨੈਸ ਸਰਟੀਫਿਕੇਟ ਜਿਹੜਾ ਸਾਈਨ ਕਰਾ ਲਏ, ਉਹਨਾਂ ਨੇ ਪਲੇਨ ਕਾਗਜ਼ ਤੇ ਐਪਲੀਕੇਸ਼ਨ ਲਿਖਵਾ ਕੇ ਸਾਡੇ ਕੋਲ ਸਾਈਨ ਕਰਾ ਲਏ, ਤਾਂ ਸਾਨੂੰ ਬੱਚਾ ਸਪੁਰਦ ਕੀਤਾ। ਸਾਨੂੰ ਜਦ ਤੱਕ ਪਤਾ ਹੀ ਨਹੀਂ ਸੀ ਕਿ ਬੱਚੇ ਦੀ ਇੰਨੀ ਬੁਰੀ ਹਾਲਤ ਹੈ। ਜਦ ਬੱਚਾ ਸਾਡੇ ਕਸਟਡੀ ਵਿੱਚ ਆਇਆ, ਸਾਨੂੰ ਪਤਾ ਲੱਗਿਆ, ਅਸੀਂ ਆਪਣੀ ਜਿਹੜਾ ਜਾਂਚ ਵਾਸਤੇ, ਆਪਣੀ ਤਸੱਲੀ ਵਾਸਤੇ ਇਹਦੀ ਜਾਂਚ ਕਰਾਈ ਹੈ, ਇਹਦੇ ਟੈਸਟ ਕਰਾਏ, ਐਕਸਰੇ ਕਰਾਇਆ, ਰਾਤੀ ਡਾਕਟਰ ਨੂੰ ਬਿਠਾਇਆ, ਉਸ ਡਾਕਟਰ ਨੇ ਐਕਸਰੇ ਕੀਤਾ। ਜਿਹੜੇ ਵੀ ਪਾਰਟ ਦਾ ਐਕਸਰੇ ਕਰਦਾ ਸੀ ਉਹ ਹੀ ਪਾਰਟ ਟੁੱਟਾ ਨਿਕਲਦਾ ਸੀ ਬੱਚੇ ਦਾ। ਮੇਰਾ ਮਨ ਬਹੁਤ ਵਿਚਲਿਤ ਹੋਇਆ। ਅਸੀਂ 3 ਦਿਨਾਂ ਸੁੱਤੇ ਵੀ ਨਹੀਂ ਕਿ ਇੰਨੀ ਬੁਰੀ ਹਾਲਤ ਕਿਸੇ ਬੱਚੇ ਦੇ ਨਾਲ ਨਹੀਂ ਕੋਈ ਕਰ ਸਕਦਾ ਜੀ। ਤੁਸੀਂ ਕੱਲ੍ਹ ਦੇ ਇੱਥੇ ਹੋ, ਹੁਣ ਮਤਲਬ ਇਨਸਾਫ ਦੇ ਲਈ ਤੁਸੀਂ ਲੜ ਰਹੇ ਹੋ, ਤੁਸੀਂ ਹੁਣ ਵਾਪਸ ਪਿੰਡ ਜਾ ਰਹੇ ਹੋ ਹਲੇ, ਜਾਂ ਮਤਲਬ ਕੀ ਸੋਚਿਆ? ਵਾਪਸ ਅਸੀਂ ਪਿੰਡ ਜਾਈਏ, ਸਾਨੂੰ ਬਹੁਤ ਧਮਕੀਆਂ ਦਿੱਤੀਆਂ ਗਈਆਂ ਜੀ। ਬੱਚੇ ਨੂੰ ਇਹਨਾਂ ਡਰਾਇਆ ਗਿਆ ਜੀ। ਬੱਚਾ ਵੀ ਸਾਨੂੰ ਮਨਾ ਕਰ ਰਿਹਾ ਜੀ, ਪਿੰਡ ਪਾਪਾ ਅਸੀਂ ਨਹੀਂ ਜਾਣਾ ਹੈਗਾ, ਕਿਉਂਕਿ ਜਦ ਤੱਕ ਆ ਕੇਸ ਸੋਲਵ ਨਹੀਂ ਹੋਏਗਾ ਸਾਡੇ ਨਾਲ ਕੁਝ ਵੀ ਹੋ ਸਕਦਾ ਜੀ। ਇਸ ਕਰਕੇ ਅਸੀਂ ਪਿੰਡ
ਹਜੇ ਜਾਣ ਦਾ ਸਾਡਾ ਪਲਾਨ ਨਹੀਂ ਹੈਗਾ ਜੀ। ਤੁਹਾਡਾ ਕੰਮ ਕਾਹਦਾ ਮੈਂ ਪੁੱਛਣਾ ਚਾਹੂੰਗਾ, ਕੰਮ ਵੀ ਇਫੈਕਟ ਹੋ ਰਿਹਾ ਹੋਊਗਾ ਸਾਰਾ ਕੁਝ? ਮੇਰਾ ਕੰਮ ਬਹੁਤ ਇਫੈਕਟ ਹੋ ਰਿਹਾ ਜੀ। ਮੇਰਾ ਆਪਣਾ ਜੋ ਹੈ ਮੈਂ ਮੈਡੀਕਲ ਲਾਈਨ 'ਚ ਹੈਗਾ ਜੀ। ਮੇਰਾ ਮੈਡੀਕਲ ਜੋ ਹੈ ਜੋਬ ਵੀ ਬਹੁਤ ਸਫਰ ਹੋ ਰਹੀ ਜੀ। ਬਟ ਮੇਰਾ ਪਹਿਲਾਂ ਤਾਂ ਇਨਸਾਫ ਦੀ ਲੜਾਈ ਜੋ ਹੈ ਲੜਾਂਗਾ ਜੀ ਮੈਂ। ਇਸ ਤੋਂ ਮੈਨੂੰ ਸਾਰਾ ਇਨਸਾਫ ਮਿਲੇਗਾ ਤਾਂ ਹੀ ਮੈਂ ਆਪਣੇ ਕੰਮ ਤੇ ਜਾ ਪਾਵਾਂਗਾ। ਅਦਰਵਾਈਜ਼ ਮੈਂ ਵੀ ਡਰ ਕੇ ਨੌਕਰੀ ਕਰਾਂਗਾ, ਮੈਂ ਵੀ ਡਰ ਕੇ ਕੰਮ ਕਰਾਂਗਾ, ਮੇਰਾ ਪਰਿਵਾਰ ਵੀ ਡਰਿਆ ਰਹੇਗਾ। ਮੈਂ ਉਹ ਅਚੀਵ ਨਹੀਂ ਕਰ ਸਕਦਾ ਜੋ ਮੈਂ ਜ਼ਿੰਦਗੀ 'ਚ ਕਰਨਾ ਚਾਹੁੰਦਾ, ਜੋ ਮੈਂ ਬੱਚੇ ਕਰਨਾ ਚਾਹੁੰਦੇ। ਡਰ ਕੇ ਜੀਵਨ 'ਚ ਕੁਝ ਨਹੀਂ ਆਪਾਂ ਕਰ ਪਾਵਾਂਗੇ। ਜਦ ਤੱਕ ਸਾਡਾ ਉਹ ਡਰ ਨਹੀਂ ਨਿਕਲਦਾ, ਉਹ ਡਰ ਸਾਡਾ ਨਿਕਲੇਗਾ ਕੇਵਲ ਤੇ ਕੇਵਲ ਉਹਨਾਂ ਨੂੰ ਸਸਪੈਂਡ ਕਰਿਆ, ਉਹਨਾਂ ਪੁਲਿਸ ਵਾਲਿਆਂ ਦੀ ਕਾਰਵਾਈ ਕਰਾਂਗੇ ਤਾਂ ਸਾਨੂੰ ਸਾਡਾ ਉਹ ਡਰ ਨਿਕਲੇਗਾ ਜੀ। ਫਿਲਹਾਲ ਤੁਸੀਂ ਮੋਰਚੇ 'ਚ ਹੀ ਫਿਰ ਰੁਕ ਰਹੇ ਹੋ ਥੋੜ੍ਹੇ ਦਿਨ, ਜਾਂ ਕੀ ਅਗਲਾ ਪ੍ਰੋਗਰਾਮ ਕੀ ਹੈ ਤੁਹਾਡਾ? ਅੱਗੇ ਇਨਸਾਫ ਦੇ ਲਈ ਤੁਸੀਂ ਲੜ ਰਹੇ ਹੋ? ਹਾਂਜੀ, ਅਸੀਂ ਮੋਰਚੇ 'ਚ ਹੀ ਰਹਾਂਗੇ ਜੀ। ਮੋਰਚੇ ਦੇ ਨੇ ਸਾਨੂੰ ਪੂਰਾ ਸਾਥ ਦੇਣ ਦਾ ਜੋ ਹੈ ਦਿੱਤਾ ਜੀ ਆਸ਼ਵਾਸਨ। ਹਰ ਪੱਖੋਂ ਸਾਡੇ ਨਾਲ ਨੇ, ਸਾਡੀ ਬਹੁਤ ਮਦਦ ਕਰ ਰਹੇ ਜੀ। ਸਾਨੂੰ ਜੋ ਹੈ ਕਿਸੇ ਕਿਸਮ ਦੀ ਇੱਥੇ ਜੋ ਹੈ ਦਿੱਕਤ ਨਹੀਂ ਆ ਰਹੀ ਜੀ। ਅਤੇ ਬਾਕੀ ਸਾਨੂੰ ਖੁਸ਼ੀ ਵੀ ਇਸ ਗੱਲ ਦੀ ਹੈਗੀ ਕਿ ਚਲੋ ਸਾਡੇ ਬੱਚੇ ਕਿਸੇ ਸੰਘਰਸ਼ ਵਾਸਤੇ, ਕਿਸੇ ਸੱਚੀ ਲੜਾਈ ਵਾਸਤੇ, ਕਿਸੇ ਇਨਸਾਫ ਵਾਸਤੇ ਆ ਰਹੇ ਸੀ। ਉਹਨਾਂ ਦੇ ਨਾਲ ਇੰਨਾ ਅਨਿਆਏ ਉਹਨਾਂ ਨੇ ਕੀਤਾ ਅਤੇ ਇਹਨਾਂ ਨੇ ਵੀ ਸਾਡੀ ਬਾਂਹ ਫੜੀ ਜੀ। ਸਾਨੂੰ ਉਮੀਦ ਪੂਰੀ ਹੈਗੀ ਜੇ ਸਾਨੂੰ ਇਨਸਾਫ ਜ਼ਰੂਰ ਦਿਵਾਇਆ ਜਾਏਗਾ ਜੀ। ਪਰਮਜੀਤ, ਹਰਿਆਣਾ ਦੇ ਮੁੱਖ ਮੰਤਰੀ ਦੇਖ ਰਹੇ ਹੋਣਗੇ, ਯੂਪੀ ਦੇ ਮੁੱਖ ਮੰਤਰੀ ਜਾਂ ਹੋਰ ਸਾਰੇ ਦੇਖ ਰਹੇ ਹੋਣਗੇ, ਸਾਰੀ ਅਫਸਰਸ਼ਾਹੀ ਦੇਖ ਰਹੀ ਹੋਊਗੀ। ਕੁਝ ਕਹਿਣਾ ਚਾਹੋਗੇ ਖਾਸ ਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਪੰਜਾਬ ਸਰਕਾਰ ਨੂੰ ਵੀ, ਕਿਉਂਕਿ ਤੁਸੀਂ ਸਿੱਖ ਵੀ ਹੋ ਇੱਕ, ਹੈ ਨਾ? ਸਿੱਖਾਂ ਦਾ ਪੰਜਾਬ ਦੇ ਨਾਲ ਇੱਕ ਵਾਹ ਵਾਸਤਾ ਹੈਗਾ। ਸੋ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਨੂੰ ਇਸ ਦੇ ਵਿੱਚ ਇਨਵੋਲਵਮੈਂਟ ਕਰਨੀ ਚਾਹੀਦੀ ਇਸ ਮਾਮਲੇ ਦੇ ਵਿੱਚ, ਜਾਂ ਜਿਹੜੇ ਪੰਜਾਬ ਹਿਤੈਸ਼ੀ ਨੇ ਜਾਂ ਜਿਹੜੇ ਸਿੱਖ ਹਿਤੈਸ਼ੀ ਨੇ, ਜਿਹੜੇ ਮਿਨੋਰਿਟੀ ਦੀ ਗੱਲ ਕਰਦੇ ਨੇ, ਚਾਹੇ ਮਿਨੋਰਿਟੀ ਕਮਿਸ਼ਨ ਦੇ ਚੇਅਰਪਰਸਨ ਹੋਣ ਲਾਲਪੁਰਾ ਹੋਣ ਜਾਂ ਸਿਮਰਨਜੀਤ ਸਿੰਘ ਮਾਨ ਹੋਣ, ਕਹਿਣਾ ਚਾਹੋਗੇ ਉਹਨਾਂ ਨੂੰ ਕੁਝ? ਹਾਂਜੀ, ਬਸ ਮੈਂ ਤਾਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਮੈਨੂੰ ਜਸਟਿਸ ਚਾਹੀਦਾ ਜੀ। ਮੈਨੂੰ ਚਾਹੀਦਾ ਤੇ ਮੇਰੇ ਵਰਗੇ ਜਿਹੜੇ ਹਜ਼ਾਰੋਂ ਬੰਦੇ ਨੇ, ਹਜ਼ਾਰੋਂ ਮੁੰਡੇ ਨੇ, ਉਹਨਾਂ ਨੂੰ ਜਸਟਿਸ ਚਾਹੀਦਾ ਜੀ। ਅੱਜ ਮੈਨੂੰ ਫੜਿਆ, ਕੀ ਪਤਾ ਕੱਲ੍ਹ ਨੂੰ ਕਿਹਨੂੰ ਫੜਿਆ, ਫੜ ਕੇ ਕੁੱਟਣ, ਕੀ ਪਤਾ ਕਿੰਨਿਆਂ ਨੂੰ ਕੁੱਟਿਆ ਹੋਏ ਜੀ। ਮੈਂ ਚਾਹੁੰਦਾ ਕਿ ਕੋਈ ਵੀ ਹੋਏ ਇਸ ਬੰਦੇ ਨੂੰ, ਇੱਕ ਆਮ ਆਦਮੀ ਵੀ ਇਸ ਬੰਦੇ ਨੂੰ ਮਤਲਬ ਸਸਪੈਂਡ ਕਰਾਏ ਜੀ। ਹਰ ਬੰਦਾ ਮੇਰੇ ਨਾਲ ਖੜੇ ਜੀ। ਮੈਨੂੰ ਚਾਹੀਦਾ ਕਿ ਬਸ ਉਹ ਬੰਦਾ ਸਸਪੈਂਡ ਹੋਏ, ਉਹਦੀ ਨੌਕਰੀ ਜਾਏ ਜੀ। ਉਹ ਕੋਈ ਚੰਗਾ ਬੰਦਾ ਹੈ ਜੀ, ਜਿਹੜਾ ਮਤਲਬ ਘੱਟੋ ਘੱਟ ਸੱਚਾ ਤੇ ਹੋਏ ਜੀ, ਜਿਹੜਾ ਸੱਚ ਲਈ ਲੜੇ ਜੀ। ਐਵੇਂ ਦੇ ਖਰਾਬ ਬੰਦੇ, ਬੇਕਾਰ ਬੰਦੇ ਜੀ ਤੁਸੀਂ ਨੌਕਰੀਆਂ 'ਤੇ ਰੱਖੇ ਨੇ, ਉਹਦਾ ਕੀ ਫਾਇਦਾ ਜੀ? ਅਤੇ ਗੁੰਡੇ ਹੋ ਗਏ ਜੀ, ਪੁਲਿਸ ਵਾਲੇ ਥੋੜ੍ਹਾ, ਉਹ ਤਾਂ ਗੈਂਗਸਟਰ ਨੇ ਜੀ, ਜਿਹੜੇ ਖੁੱਲ੍ਹੇ ਹੋ ਕੇ ਬਸ ਸਾਂਢ ਹੋ ਕੇ ਕੁੱਟਣ ਦੇ ਨੇ ਦੂਜਿਆਂ ਨੂੰ, ਵੇਖਣ ਨਹੀਂ ਦੇ ਕਿ ਹਾਂ ਕੀ ਰੂਲਸ ਰੈਗੂਲੇਸ਼ਨ ਨੇ। ਕੁਛ ਨਹੀਂ, ਰੂਲ ਤੇ ਉਹਨਾਂ ਨੂੰ ਪਤਾ, ਸਾਨੂੰ ਕੀ ਰੂਲ ਪਤਾ? ਉਹਨਾਂ ਨੂੰ ਰੂਲ ਮੁਤਾਬਕ ਚੱਲਣਾ ਚਾਹੀਦਾ। ਹਾਂ, ਆਪਾਂ ਤੇ ਆਮ ਆਦਮੀ ਤਾਂ ਤੋੜਦਾ ਹੁੰਦਾ ਰੂਲ ਜੀ, ਸਭ ਕੁਝ ਟੁੱਟਦੇ ਨੇ, ਕਿਤੇ ਕੋ ਨਹੀਂ ਟੁੱਟਦੇ। ਲੇਕਿਨ ਤੁਸੀਂ ਉਹਨਾਂ ਨੂੰ ਵੇਖਣਾ ਚਾਹੀਦਾ ਕਿ ਅਸੀਂ ਛੋਟੇ ਨਿਆਣੇ, ਸਾਨੂੰ ਨਹੀਂ ਪਤਾ, ਸਾਨੂੰ ਸਮਝਾਉਣ, ਸਾਡੇ ਘਰਦਿਆਂ ਨੂੰ ਬੁਲਾਉਣ, ਆਹ ਕੀ ਗੱਲ ਹੋਈ ਕਿ ਤੁਸੀਂ ਫੜਿਆ ਤੇ ਕੁੱਟਤਾ, ਪੁੱਛਿਆ ਵੀ ਨਹੀਂ। ਤੇ ਆਪਾਂ ਚਾਹੁੰਦੇ ਹਾਂ ਕਿ ਜਸਟਿਸ ਮਿਲੇ ਸਾਨੂੰ, ਬਸ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਇਹ ਸੀਗੇ ਪਰਮਜੀਤ ਸਿੰਘ ਤੇ ਉਹਨਾਂ ਦੇ ਫਾਦਰ ਪਰਮਜੀਤ ਸਿੰਘ। ਮੋਰਚੇ 'ਚ ਆ ਰਹੇ ਸੀ। ਬੁਲਟ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਸੀ ਤੇ ਕਹਿ ਰਹੇ ਨੇ ਕਿ ਯਮਨਾ ਨਗਰ ਪੁਲਿਸ ਦੇ ਵੱਲੋਂ ਮੈਨੂੰ ਕੁੱਟਿਆ ਜਾਂਦਾ ਹੈ। ਤੇ ਇਹਨਾਂ ਦਾ ਪਰਿਵਾਰ ਕਹਿ ਰਿਹਾ ਅਸੀਂ ਲਗਾਤਾਰ ਅਪੀਲ ਕਰ ਰਹੇ ਹਾਂ, ਅਸੀਂ ਹੋਮ ਮਿਨਿਸਟਰ ਹਰਿਆਣਾ ਨੂੰ ਵੀ ਮਿਲੇ ਹਾਂ, ਇਸ ਤੋਂ ਇਲਾਵਾ ਐਸਐਸਪੀ ਯਮਨਾ ਨਗਰ ਨੂੰ ਵੀ ਮਿਲੇ ਹਾਂ, ਪਰ ਹਲੇ ਤੱਕ ਕੋਈ ਵੀ ਕਾਰਵਾਈ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਨਹੀਂ ਕੀਤੀ ਗਈ। ਤੇ ਕਹਿ ਰਹੇ ਨੇ ਕਿ ਅਸੀਂ ਘਰੋਂ ਬੇਘਰ ਹੋਏ ਹਾਂ, ਜਿਹੜੇ ਪੰਜਾਬ ਹਿਤੈਸ਼ੀ ਕਹਾਉਂਦੇ ਨੇ, ਜਿਹੜੇ ਸਿੱਖਾਂ ਦੇ ਮੁੱਦੇ ਚੁੱਕਣ ਦੀ ਗੱਲ ਕਰਦੇ ਆ, ਉਹਨਾਂ ਨੂੰ ਇਸ ਨੌਜਵਾਨ ਦਾ ਮੁੱਦਾ ਚੁੱਕਣਾ ਚਾਹੀਦਾ। ਕਹਿ ਰਹੇ ਨੇ ਸਾਨੂੰ ਜਸਟਿਸ ਦਿਵਾਓ। ਕੈਮਰਾਮੈਨ ਦਵਿੰਦਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਕੌਮੀ ਇਨਸਾਫ ਮੋਰਚਾ, ਮੋਹਾਲੀ।